ਅੱਜ ਐਸਜੀਪੀਸੀ ਵੱਲੋਂ ਇਜਲਾਸ ਸੱਦਿਆ ਗਿਆ ਸੀ, ਜਨਰਲ ਇਜਲਾਸ ਸੱਦਿਆ ਗਿਆ ਸੀ, ਜਿਸ ਤੋਂ ਬਾਅਦ ਮਤਾ ਵੀ ਪਾਸ ਕਰ ਦਿੱਤਾ ਗਿਆ। ਲੇਕਿਨ ਇਸ ਮਤੇ ਤੋਂ ਬਾਅਦ, ਮਤੇ ਪਾਸ ਹੋਣ ਤੋਂ ਬਾਅਦ ਕੁਝ ਸਵਾਲ ਨੇ ਜਿਨ੍ਹਾਂ ਦੇ ਉੱਪਰ ਹੁਣ ਬਹਿਸ ਸ਼ੁਰੂ ਹੋਣ ਲੱਗੀ ਹੈ। ਪਹਿਲੀ ਗੱਲ, ਸਵਾਲ ਨੰਬਰ 1 ਕਿ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਐਸਜੀਪੀਸੀ ਮੋਰਚਾ ਲਗਾਏਗੀ। ਕੀ ਮਤੇ ਦੇ ਵਿੱਚ ਰੱਖੀਆਂ ਕੁਝ ਗੱਲਾਂ ਨੂੰ, ਕੁਝ ਸ਼ਰਤਾਂ ਨੂੰ ਆਮ ਆਦਮੀ ਪਾਰਟੀ ਮੰਨੇਗੀ ਜਾਂ ਫਿਰ ਨਹੀਂ। ਸੋ ਕਿਸ ਤਰ੍ਹਾਂ ਰਿਹਾ ਇਜਲਾਸ, ਕੀ ਮਤਾ ਤੇ ਕੀ ਸੱਚਮੁੱਚ ਹੁਣ ਐਸਜੀਪੀਸੀ ਧਰਨਾ ਲਗਾਏਗੀ, ਐਸਜੀਪੀਸੀ ਮੋਰਚਾ ਖੋਲੇਗੀ। ਗੱਲਬਾਤ ਇਸ ਦੇ ਉੱਪਰ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਰਾਜਪਾਲ ਸਾਹਿਬ ਗੁਰਬਾਣੀ ਪ੍ਰਸਾਰਣ ਦੇ ਸੰਬੰਧ ਦੇ ਵਿੱਚ ਪਾਸ ਹੋਏ ਮਤੇ ਨੂੰ, ਸਰਕਾਰ ਵੱਲੋਂ ਪਾਸ ਕੀਤੇ ਮਤੇ ਨੂੰ ਪ੍ਰਵਾਨਗੀ ਦੇ ਸਕਦੇ ਨੇ। ਆਖਿਰ ਇਹ ਗੱਲ ਅਸੀਂ ਕਿਉਂ ਕਹਿ ਰਹੇ ਹਾਂ, ਇਸ ਬਾਰੇ ਵੀ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਲੁਕਵਾਂ ਸੱਚ। ਸੋ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਲਖਵਿੰਦਰ ਜੀ, ਸਤਿ ਸ੍ਰੀ ਅਕਾਲ। ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, 20 ਤਰੀਕ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਇੱਕ ਮਤਾ ਪਾਸ ਹੁੰਦਾ ਹੈ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ, ਗੁਰਦੁਆਰਾ ਐਕਟ ਦੇ ਵਿੱਚ ਸੋਧ ਨੂੰ ਲੈ ਕੇ। ਉਸ ਤੋਂ ਬਾਅਦ ਐਸਜੀਪੀਸੀ ਅਤੇ ਸਰਕਾਰ ਆਮੋ ਸਾਹਮਣੇ। ਸੈਸ਼ਨ ਤੋਂ ਬਾਅਦ ਅੱਜ ਇਜਲਾਸ ਐਸਜੀਪੀਸੀ ਵੱਲੋਂ ਵੀ ਸੱਦਿਆ ਗਿਆ, ਉਹਨਾਂ ਵੱਲੋਂ ਵੀ ਮਤਾ ਪਾਸ ਕੀਤਾ ਗਿਆ। ਮਤੇ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਕੁਝ ਸ਼ਰਤਾਂ ਲਗਾ ਦਿੱਤੀਆਂ ਨੇ ਵੀ ਜੇਕਰ ਉਹਨਾਂ ਸ਼ਰਤਾਂ ਨੂੰ ਪੰਜਾਬ ਸਰਕਾਰ ਨਹੀਂ ਮੰਨਦੀ ਤਾਂ ਉਹ ਅਕਾਲ ਤਖਤ ਵਿਖੇ ਅਰਦਾਸ ਕਰਨ ਤੋਂ ਬਾਅਦ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣਗੇ। ਕੀ ਸੱਚਮੁੱਚ ਹੁਣ ਐਸਜੀਪੀਸੀ ਨੂੰ ਇਹ ਕਦਮ ਚੁੱਕਣਾ ਪਏਗਾ ਜਾਂ ਸਰਕਾਰ ਇਸ ਪਾਸ ਹੋਏ ਮਤੇ ਤੋਂ ਬਾਅਦ ਜੋ ਅੱਜ ਐਸਜੀਪੀਸੀ ਵੱਲੋਂ ਮਤਾ ਪਾਸ ਕੀਤਾ ਗਿਆ, ਉਹਨਾਂ ਵੱਲੋਂ ਕੁਝ ਕੰਡੀਸ਼ਨ ਨੇ, ਕੁਝ ਸ਼ਰਤਾਂ ਲਗਾਈਆਂ ਗਈਆਂ ਨੇ ਕਿ ਉਸ ਤੋਂ ਬਾਅਦ ਸਰਕਾਰ ਯੂ ਟਰਨ ਲੈਣ ਦੀ ਨਜ਼ਰ ਆਏਗੀ। ਹਾਲਾਤ ਕਿਸ ਤਰ੍ਹਾਂ ਬਣਨਗੇ, ਇੱਕ ਪਾਸੇ ਸਰਕਾਰ ਦਾ ਅੜੀਅਲ ਰੁਖ ਤੇ ਦੂਸਰੇ ਪਾਸੇ ਐਸਜੀਪੀਸੀ ਵੱਲੋਂ ਵੀ ਧਮਕੀ ਭਰੇ ਲਹਿਦੇ ਦੇ ਵਿੱਚ ਮਤਾ ਪਾਸ। ਕਿਵੇਂ ਦੇਖ ਰਹੇ ਹੋ ਇਸ ਜਨਰਲ ਇਜਲਾਸ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਬਣਨ ਵਾਲੇ ਨੇ? ਲਖਵਿੰਦਰ ਜੀ ਦੇਖੋ, ਇਹ ਗੱਲ ਤਾਂ ਪਹਿਲਾਂ ਹੀ ਫੋਰਗੋਨ ਕਨਕਲੂਜਨ ਸੀਗਾ ਕਿ ਜਦੋਂ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਕਾਹਲੀ ਦੇ ਵਿੱਚ ਸੱਦ ਕੇ ਸੈਸ਼ਨ ਫੈਸਲਾ ਹੀ ਕਰਤਾ ਕਿ ਜੀ ਹੁਣ ਐਸਜੀਪੀਸੀ ਦੀ ਜਿਹੜਾ ਮਤਲਬ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਉਹ ਇੱਕ ਚੈਨਲ ਨਹੀਂ ਕਰੂਗਾ। ਅਸੀਂ ਪੀਟੀਸੀ ਨੂੰ ਨਹੀਂ ਇਕੱਲੇ ਨੂੰ ਕਰਨ ਦੇਵਾਂਗੇ, ਅਸੀਂ ਇਹ ਸਾਰਿਆਂ ਦੇ ਲਈ ਕਰਾਂਗੇ। ਇਹ ਕਿਸਮ ਦੀ ਐਸਜੀਪੀਸੀ ਦੀ ਅਥਾਰਟੀ ਨੂੰ ਕਿਸਮ ਦਾ ਚੈਲੰਜ ਸੀ। ਸੋ ਉਸ ਦਿਨ ਵੀ ਉਹਨਾਂ ਨੇ ਇਹਦਾ ਵਿਰੋਧ ਕੀਤਾ। ਉਹ ਰਾਜਪਾਲ ਨੂੰ ਵੀ ਇਸ ਸੰਬੰਧ ਵਿੱਚ ਮਿਲੇ ਤੇ ਇਹ ਮਸਲਾ ਆਪਣੇ ਆਪ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੇਂਦਰੀ ਮਸਲਾ ਬਣ ਗਿਆ। ਅੱਜ ਉਹਨਾਂ ਨੇ ਸੱਦਿਆ ਹੋਇਆ ਸੀ ਇਜਲਾਸ, ਤਾਂ ਕੱਲ੍ਹ ਮਾਨ ਸਾਹਿਬ ਨੇ ਟਵੀਟ ਵੀ ਕੀਤਾ ਕਿ ਜੀ ਹੁਣ ਅਕਾਲੀ ਦਲ ਦੇ ਦਫ਼ਤਰ 'ਚ ਮੀਟਿੰਗ ਹੋ ਗਈ ਹੈ, ਕੱਲ੍ਹ ਨੂੰ ਜੋ ਕੁਛ ਕਹਿਣਗੇ ਤਾਂ ਉਹ ਮਤਲਬ ਪੜ੍ਹ ਕੇ ਸੁਣਾ ਦੂਗਾ ਪ੍ਰਧਾਨ ਉੱਥੇ। ਉਹ ਇਹ ਹੈ ਕਿ ਜਿਸ ਤਰ੍ਹਾਂ ਐਸਜੀਪੀਸੀ ਪ੍ਰਧਾਨ ਤੇ ਮੁੱਖ ਮੰਤਰੀ ਦੀ ਪਰਸਨਲ ਲੜਾਈ ਹੁੰਦੀ ਹੈ, ਇਸ ਤਰੀਕੇ ਦੇ ਨਾਲ ਉਹ ਮਾਨ ਸਾਹਿਬ ਨੇ ਕੀਤਾ। ਪਰ ਇਹਨਾਂ ਨੇ ਵੀ ਲਗਭਗ ਉਸੇ ਤਰੀਕੇ ਨਾਲ ਕਰਿਆ। ਉਹਨਾਂ ਨੇ ਮੰਗ ਕਰੀ ਹੈ, ਰਿਜੈਕਟ ਕਰਤਾ ਉਹਨਾਂ ਨੇ ਉਹ ਸਾਰਾ ਜਿਹੜਾ ਉਹਨਾਂ ਨੇ ਬਿੱਲ ਪਾਸ ਕੀਤਾ। ਪਲੱਸ ਉਹਨਾਂ ਨੇ ਕਿਹਾ ਕਿ ਜਿਹੜਾ ਸਿੱਖੀ ਬਾਣੇ ਬਾਰੇ ਜਾਂ ਦਾੜੀ ਬਾਰੇ ਜਾਂ ਜੋ ਵੀ ਗਲਤ ਬਿਆਨੀ ਕੀਤੀ ਗਈ ਹੈ ਮਾਨ ਸਾਹਿਬ ਵੱਲੋਂ, ਉਹਦੇ ਲਈ ਮਾਫੀ ਮੰਗਣ, ਨਹੀਂ ਤਾਂ ਫਿਰ ਅਸੀਂ ਅਰਦਾਸ ਕਰਕੇ ਅਕਾਲ ਤਖਤ ਤੇ ਮੋਰਚਾ ਲਾਵਾਂਗੇ। ਇਹ ਬੇਸਿਕਲੀ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਗੁਰਬਾਣੀ ਮਸਲਾ ਨਹੀਂ ਰਿਹਾ, ਹੁਣ ਹਉਮੈ ਮਸਲਾ ਬਣ ਗਈ ਹੈ। ਪਰ ਮੇਰੇ ਖਿਆਲ ਦੇ ਵਿੱਚ ਮਾਨ ਸਾਹਿਬ ਪਤਾ ਨਹੀਂ ਕਿਹੜੀ ਸਿਆਸਤ ਕਰ ਰਹੇ ਨੇ ਜਾਂ ਕੀ ਕਰਨਾ ਚਾਹੁੰਦੇ ਨੇ। ਉਹਨਾਂ ਨੇ ਜਾਣੇ ਅਣਜਾਣੇ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਸਾਰਾ ਸਪੇਸ ਬਖਸ਼ਿਆ। ਅੱਜ ਜਿਹੜੇ ਅਕਾਲੀ ਦਲ ਦੇ ਵਿਰੋਧੀ ਸੀ ਉਹਨਾਂ ਨੂੰ ਵੀ ਆ ਕੇ ਉੱਥੇ ਹੱਕ 'ਚ ਬੋਲਣਾ ਪਿਆ। ਬੇਸ਼ੱਕ ਉਹਨਾਂ ਨੇ ਥੋੜ੍ਹੀਆਂ ਮੋਟੀਆਂ ਪੀਆਂ ਟੇਢੀਆਂ, ਮੇਨ ਸੁਰ ਹੈ ਜਿਹੜੀ ਉਹਦੇ ਤੋਂ ਹਟ ਕੇ ਥੋੜ੍ਹੀ ਗੱਲ ਕਰੀ, ਪਰ ਇਹ ਮਤੇ ਦੇ ਉੱਪਰ ਸਾਰਿਆਂ ਦੇ ਉਹਨਾਂ ਦੇ ਦਸਤਖਤ ਹੋ ਗਏ ਕਿ ਸਾਰੇ ਅਕਾਲੀ, ਸਾਰੇ ਸਿੱਖ ਪੰਥ ਨੂੰ ਇਕੱਠਾ ਕਰਤਾ ਇੱਕ ਗੱਲ। ਸੋ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਭੁੱਲ ਜਾਓ ਐਜੂਕੇਸ਼ਨ, ਹੈਲਥ, ਬੇਰੁਜ਼ਗਾਰੀ, ਨਸ਼ਾ ਜਾਂ ਮਾਫੀਆ ਜਾਂ ਬਾਈਬਲ ਕਲਾਮ, ਸਾਰਾ ਭੁੱਲ ਭੁਲਾ ਕੇ ਹੁਣ ਕੇਂਦਰੀ ਨੁਕਤਾ ਇਹ ਬਣ ਜਾਊਗਾ। ਇਹਦੇ ਉੱਪਰ ਰੋਟੀਆਂ ਸੇਕਣਗੇ ਸਿਆਸਤਦਾਨ। ਅਕਾਲੀ ਦਲ ਆਪਣੀ ਸਿਆਸਤ ਕਰੂਗਾ, ਕਾਂਗਰਸ ਜਿੰਨਾ ਕੁ ਬਣਦਾ ਸਰਦਾ ਉਹ ਕਰਨਗੇ, ਤੇ ਆਮ ਆਦਮੀ ਪਾਰਟੀ ਹੁਣ ਫਾਰਮਲੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਵਾਲੇ ਏਜੰਡੇ ਦੇ ਉੱਪਰ ਆ ਗਈ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਹੁਣ ਪੂਰਾ ਸਿਨੈਰੀਓ ਬਣਦਾ ਜਾ ਰਿਹਾ ਪਿਛਲੇ ਕੁਝ ਦਿਨਾਂ 'ਚੋਂ, ਜਿਵੇਂ ਤੁਸੀਂ ਦੱਸਿਆ ਵੀ ਬੜੀ ਜਲਦੀ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਜਾਣਾ,
ਮਤਾ ਪਾਸ ਕਰ ਦੇਣਾ, ਉਸ ਮੁੱਦੇ ਨੂੰ ਛੇੜਨਾ ਜੋ ਇੱਕ ਸੈਂਸਿਟਿਵ ਮੁੱਦਾ ਗਾ। ਤੇ ਆਪਾਂ ਹਾਲਾਤ ਆਪਾਂ ਦੇਖ ਰਹੇ ਹਾਂਗੇ, ਐਸਜੀਪੀਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਮੋ ਸਾਹਮਣੇ ਹੈ। ਲੇਕਿਨ ਤੁਹਾਨੂੰ ਨਹੀਂ ਲੱਗ ਰਿਹਾ ਵੀ ਜਾਣਬੁੱਝ ਕੇ ਮਤੇ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਗਈ ਹੈ? ਕਿਉਂਕਿ ਜਿਸ ਤਰੀਕੇ ਦੇ ਨਾਲ ਗਰੰਟੀਆਂ ਵਾਰੰਟੀਆਂ ਨੂੰ ਲੈ ਕੇ, ਵਾਅਦਿਆਂ ਨੂੰ ਲੈ ਕੇ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਸੀ, ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਪਰ ਆ ਰਹੀ ਸੀ ਕਿ ਸਰਕਾਰ ਕਿਸੇ ਗਿਣੀ ਮਿੱਥੀ ਆਪਾਂ ਕਹਿ ਸਕਦੇ ਕਿ ਸਾਜ਼ਿਸ਼ ਦੇ ਤਹਿਤ ਇਹ ਮੁੱਦਾ ਨਹੀਂ ਉਛਾਲਣ ਦੀ ਕੋਸ਼ਿਸ਼ ਕਰ ਰਹੀ ਵੀ ਸਾਰੇ ਮੁੱਦਿਆਂ ਤੋਂ ਹਟਾ ਕੇ ਲੋਕਾਂ ਦਾ ਧਿਆਨ ਇਸ ਪਾਸੇ ਲਗਾ ਦਿੱਤਾ ਜਾਵੇ। ਦੇਖੋ ਲਖਵਿੰਦਰ ਜੀ, ਗੱਲ ਇਹ ਹੈ ਵੀ ਸਿਆਸਤਦਾਨ ਨੇ ਜਿਹੜੇ ਉਹ ਬੜੇ ਇੰਟੈਲੀਜੈਂਟ ਕੌਮ ਹੈ ਇਹਨਾਂ ਮਾਮਲਿਆਂ ਦੇ ਵਿੱਚ, ਕਿ ਲੋਕ ਕਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਤੇ ਉਹਨਾਂ ਨੂੰ ਕੁਚਲਾਉਣਾ ਕਿਵੇਂ ਹੈ, ਤਿਲਕਾਉਣਾ ਕਿਵੇਂ ਹੈ। ਤੇ ਮਤਲਬ ਇੱਕ ਪਾਸੇ ਤਾਂ ਮਾਨਸਾ ਦੇ ਵਿੱਚ ਮੀਟਿੰਗ ਹੋਈ, ਫਟਾਫਟ ਕਿਹਾ ਜੀ ਅਸੀਂ ਇੰਨੇ ਬੰਦਿਆਂ ਨੂੰ ਰੁਜ਼ਗਾਰ ਦੇ ਦਿੱਤਾ, ਉਹ ਦੂਜੇ ਦਿਨ ਹੀ ਟੈਂਕੀ ਤੇ ਚੜ੍ਹ ਗਏ। ਸੋ ਉਹ ਚੀਜ਼ਾਂ ਨੇ ਜਿਹੜੀਆਂ, ਜਾਂ ਲਾਅ ਐਂਡ ਆਰਡਰ ਦੇ ਮਸਲੇ ਦੇ ਉੱਪਰ ਵੀ ਉਹ ਚੀਜ਼ਾਂ ਦੇ ਉੱਪਰ ਸਰਕਾਰ ਦੀ ਗ੍ਰਿਪ ਨਹੀਂ ਹੈ, ਖਿਸਕਦੀ ਜਾ ਰਹੀ ਹੈ ਦਿਨੋਂ ਦਿਨ। ਉਹਦੇ ਵਿੱਚੋਂ ਹੀ ਇਹ ਮਸਲਾ ਖੜਾ ਕੀਤਾ ਗਿਆ। ਪਰ ਇਹ ਬੜੀ ਬਦਕਿਸਮਤੀ ਦੀ ਗੱਲ ਹੈ, ਇਹ ਭੜਕਾਉਣ ਵਾਲਾ ਮਸਲਾ ਹੈ, ਜਾਣ-ਬੁੱਝ ਕੇ ਕੀਤਾ ਗਿਆ, ਜਾਣ-ਬੁੱਝ ਕੇ ਮਤਲਬ ਫਟਾਫਟ ਟਵੀਟ ਕਰੇ ਗਏ। ਪਹਿਲਾਂ ਕਿਹਾ ਵੀ ਅਸੀਂ ਇਹ 'ਚ ਸੋਧ ਕਰਾਂਗੇ, 1925 ਦੇ ਐਕਟ ਦੇ ਵਿੱਚ ਜੇ ਕਰਾਂਗੇ, ਉਹ ਕਰਾਂਗੇ। ਹੁਣ ਮਸਲਾ ਗੁਰਬਾਣੀ ਦਾ ਨਹੀਂ ਇਕੱਲਾ ਬਣਿਆ, ਮਸਲਾ ਇਹ ਬਣ ਗਿਆ ਹੈ ਕਿ ਕੀ ਸਰਕਾਰਾਂ ਕਾਨੂੰਨ ਬਣਾ ਕੇ ਗੁਰਦੁਆਰਿਆਂ ਨੂੰ ਕੰਟਰੋਲ ਕਰ ਸਕਦੀਆਂ ਨੇ ਕਿ ਨਹੀਂ। ਇਹੀ ਉਹਨਾਂ ਨੇ ਕਿਹਾ। ਐਸਜੀਪੀਸੀ ਦੀ ਜਿਹੜੀ ਮੀਟਿੰਗ ਹੋਈ ਹੈ ਹਾਊਸ ਦੀ, ਉਹਨਾਂ ਨੇ ਇਹੀ ਕਿਹਾ ਹੈ ਕਿ ਨਿਗਾਹ ਇਹਨਾਂ ਦੀ ਅਸਲ ਦੇ ਵਿੱਚ ਗੁਰਦੁਆਰਿਆਂ ਦੇ ਉੱਪਰ ਹੈ, ਕਬਜ਼ਾ ਕਰਨਾ ਚਾਹੁੰਦੇ ਨੇ ਜੀ। ਮਤਲਬ ਉਹਨਾਂ ਦੇ ਜਿਹੜੇ ਗਰੇਵਾਲ ਸਾਹਿਬ ਨੇ, ਕਾਨੂੰਨੀ ਬੰਦੇ ਨੇ, ਧਾਮੀ ਸਾਹਿਬ ਵੀ ਐਡਵੋਕੇਟ ਨੇ, ਸੋ ਉਹਨਾਂ ਨੇ ਇੱਕ ਐਪਰੀਹੈਂਸ਼ਨ ਖੜੀ ਕਰਤੀ ਹੈ ਸਰਕਾਰ ਨੇ। ਪਰ ਇਹ ਆਪਾਂ ਨੂੰ ਪਤਾ ਹੈ ਕਿ ਮਿਨੋਰਟੀ ਜਿਹੜੀ ਵੀ ਹੁੰਦੀ ਹੈ, ਚਾਹੇ ਉਹ ਧਾਰਮਿਕ ਹੋਵੇ ਜਾਂ ਕੋਈ ਵੀ ਹੋਵੇ, ਜਦੋਂ ਉਹਨੂੰ ਉਹਦੇ ਉੱਪਰ ਹਮਲਾ ਹੋਵੇ ਤਾਂ ਕੁਦਰਤੀ ਹੈ ਉਹ ਸਾਰੇ ਇਕੱਠੇ ਹੋ ਜਾਂਦੇ। ਸੋ ਇਹ ਇੱਕ ਗਲਤ ਪਾਸੇ ਨੂੰ ਸਿਆਸਤ ਚੱਲ ਰਹੀ ਹੈ। ਡਾਕਟਰ ਸਾਹਿਬ, ਦੂਸਰੇ ਪਾਸੇ ਹੁਣ ਆਮ ਆਦਮੀ ਪਾਰਟੀ ਦੀ ਆਪਾਂ ਸਿਆਸਤ ਦੀ ਗੱਲ ਕਰੀਏ ਤਾਂ ਉਹ ਅਕਸਰ ਇਹ ਗੱਲ ਕਹਿੰਦੇ ਸੀ ਵੀ ਅਸੀਂ ਧਰਮ ਦੇ ਉੱਪਰ ਕਦੇ ਸਿਆਸਤ ਨਹੀਂ ਕਰਦੇ। ਮਾਨ ਸਾਹਿਬ ਅਕਸਰ ਬੋਲਦੇ ਨੇ ਵੀ ਅਸੀਂ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਦੀ ਗੱਲ ਉਹ ਕਰਦੇ ਨੇ ਵੀ ਸਿਰਫ ਔਰ ਸਿਰਫ ਸਮਾਜਿਕ ਮੁੱਦਿਆਂ ਨੂੰ ਲੈ ਕੇ ਚੱਲਦੀ ਹੈ, ਸਿਹਤ ਸਹੂਲਤਾਂ ਨੂੰ ਲੈ ਕੇ ਚੱਲਦੀ ਹੈ, ਸਿੱਖਿਆ ਸਹੂਲਤਾਂ ਨੂੰ ਲੈ ਕੇ ਚੱਲਦੀ ਹੈ। ਸੋ ਇਹਨਾਂ ਸਹੂਲਤਾਂ ਦੇ ਆਧਾਰ 'ਤੇ ਜਾਂ ਇਹਨਾਂ ਮੁੱਦਿਆਂ ਦੇ ਆਧਾਰ 'ਤੇ ਪਹਿਲਾਂ ਕਹਿੰਦੇ ਸੀ ਰਿਪੀਟ ਕੀਤੀ ਹੈ ਦਿੱਲੀ ਦੇ ਵਿੱਚ ਸਰਕਾਰ, ਤੇ ਹੁਣ 25 ਸਾਲ ਦਾ ਦਾਅਵਾ ਪੰਜਾਬ 'ਚ ਵੀ ਕੀਤਾ ਜਾ ਰਿਹਾ ਹੈ। ਕੀ ਪਰ ਹੁਣ ਐਸਜੀਪੀਸੀ ਦੇ ਮਾਮਲੇ ਦੇ ਵਿੱਚ ਮਤਾ ਪਾਸ ਕਰਨਾ ਸਿਆਸਤ ਦੇ ਵਿੱਚ ਸਿੱਧਾ ਦਖਲ ਨਹੀਂ? 25 ਦਾ ਨਹੀਂ ਲਖਵਿੰਦਰ ਜੀ, ਉਹਨਾਂ ਨੇ ਕੇਜਰੀਵਾਲ ਸਾਹਿਬ ਦਾ ਲਾਸਟ ਜਿਹੜਾ ਬਿਆਨ ਹੈ ਉਹਨੇ ਕਿਹਾ ਸਾਨੂੰ 50 ਸਾਲ ਨਹੀਂ ਕੋਈ ਹਿਲਾ ਸਕਦਾ ਜੀ। ਸੋ ਇਹ ਪਹਿਲੀ ਪਾਰਟੀ ਹੈ ਮਤਲਬ ਜਿਹੜੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਜਿਹਦੀ ਕੋਈ ਆਈਡੀਓਲੋਜੀ ਨਹੀਂ ਹੈ। ਇੱਕ ਪਾਸੇ ਭਗਤ ਸਿੰਘ ਦੀ ਫੋਟੋ, ਇੱਕ ਪਾਸੇ ਅੰਬੇਦਕਰ ਦੀ ਫੋਟੋ, ਔਰ ਦੋਨਾਂ ਦੀਆਂ ਆਈਡੀਓਲੋਜੀਜ਼ ਉਹਨਾਂ ਦੀਆਂ ਵੱਖ-ਵੱਖ ਸੀਗੀਆਂ। ਪਰ ਇਹ ਬੜੀ ਹਿੱਕ ਥਾਪੜ ਕੇ, ਗੱਜ ਵੱਜ ਕੇ, ਜਦੋਂ ਵੀ ਚਾਹੇ ਸ਼ਹੀਨ ਬਾਗ ਦਾ ਮਸਲਾ ਸੀ, ਚਾਹੇ ਉਹ ਦਿੱਲੀ ਦੇ ਦੰਗਿਆਂ ਦਾ, ਐਂਟੀ ਮੁਸਲਿਮ ਦੰਗੇ ਸੀ ਉਹਨਾਂ ਦਾ ਮਸਲਾ ਸੀ, ਚਾਹੇ ਉਹ ਬਿਲਕਿਸ ਬਾਨੋ ਦਾ ਮਸਲਾ ਸੀ, ਕਿਸੇ ਦੇ ਉੱਪਰ ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਇਹ ਕਹਿੰਦੇ ਸੀ ਜੀ ਇਹ ਤਾਂ ਬੀਜੇਪੀ ਜਾਂ ਹੋਰ ਪਾਰਟੀਆਂ, ਕਾਂਗਰਸ, ਇਹ ਧਰਮ ਦੇ ਉੱਪਰ ਸਿਆਸਤ ਕਰਦੇ ਨੇ, ਅਸੀਂ ਧਰਮ ਦੇ ਉੱਪਰ ਸਿਆਸਤ ਨਹੀਂ ਕਰਨੀ, ਸਾਡੀ ਤਾਂ ਡਿਵੈਲਪਮੈਂਟ ਦਾ ਏਜੰਡਾ ਹੈ ਜੀ। ਅਸੀਂ ਤਾਂ ਐਜੂਕੇਸ਼ਨ ਦੇਣੀ ਹੈ, ਅਸੀਂ ਹੈਲਥ ਸੇਵਾਵਾਂ ਦੇਣੀਆਂ ਨੇ, ਅਸੀਂ ਤਾਂ ਮਤਲਬ ਉਹਨਾਂ ਤੋਂ ਇਸੇ ਕਰਕੇ ਤਾਂ ਅਸੀਂ ਵੱਖਰੇ ਹਾਂ, ਅਸੀਂ ਤਾਂ ਇਹ ਗੰਦ ਨੂੰ ਸਾਫ਼ ਕਰਨਾ ਹੈ, ਸਾਨੂੰ ਸਿਆਸਤ ਨਹੀਂ ਆਉਂਦੀ, ਅਸੀਂ ਤਾਂ ਸੇਵਾ ਕਰਨੀ ਚਾਹੁੰਦੇ ਹਾਂ ਇਸ ਤਰੀਕੇ ਦੇ ਨਾਲ। ਪਰ ਜਿਸ ਤਰੀਕੇ ਨਾਲ ਇਹ ਏਜੰਡਾ ਲਿਆਂਦਾ ਗਿਆ, ਗੁਰਦੁਆਰੇ ਦੇ ਵਿੱਚ ਕਹਿ ਲਓ ਗੁਰਬਾਣੀ ਦਾ ਮਸਲਾ ਖੜਾ ਕੀਤਾ ਗਿਆ, ਪੀਟੀਸੀ ਦਾ ਮਸਲਾ ਖੜਾ ਕੀਤਾ ਗਿਆ, ਇਹ ਐਂ ਲੱਗਦਾ ਸੀ ਵੀ ਸ਼ਾਇਦ ਮਾਨ ਸਾਹਿਬ ਤੱਤ ਭਰਤੀ 'ਚ ਕਰ ਗਏ ਨੇ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕਮੈਂਟ ਕਰੇ, ਦਾੜੀ ਖੋਲ੍ਹਣ ਜਾਂ ਬੰਦ ਕਰਨ 'ਤੇ ਜਿਸ ਤਰ੍ਹਾਂ ਉੱਥੇ ਐਕਟਿੰਗ ਕੀਤੀ, ਪਰ ਜਿਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਉਹਨਾਂ ਦੇ MLAs ਦੇ ਬਿਆਨ ਆ ਰਹੇ ਨੇ, ਇਹਦਾ ਮਤਲਬ ਇਹ ਹੈ ਵੀ ਫੁੱਲ ਸਕੇਲ ਇਹ ਧਾਰਮਿਕ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਖਿਲਾਫ ਜਿਹੜਾ RSS ਦਾ ਏਜੰਡਾ ਹੈ ਉਹਦੇ ਉੱਪਰ ਚੱਲ ਪਏ ਨੇ। ਸੋ ਉਹ ਤਾਂ ਪੁਰਾਣਾ ਤਾਂ ਭੁੱਲ ਜਾਓ ਉਸ ਗੱਲ ਨੂੰ। ਤਾਂ ਇਹ ਤਾਂ ਹੁਣ 2024 ਦਾ ਏਜੰਡਾ ਹੈ। ਉਹ ਏਜੰਡਾ ਇੱਕੋ ਹੀ ਹੈ ਕਿ ਮਾਈਨੋਰਟੀਜ਼ ਨੂੰ, ਮੁਸਲਮਾਨਾਂ ਨੂੰ, ਕ੍ਰਿਸਚੀਅਨ ਨੂੰ, ਸਿੱਖਾਂ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਮਤਲਬ ਇਸ ਤਰ੍ਹਾਂ ਬਣਾ ਦਿਓ ਕਿ ਇਹ ਵਿਲਨ ਨੇ, ਇਹ ਬੜੇ ਲੜਾਕੇ ਨੇ, ਇਹ ਬੜਾ ਖਰਾਬ ਕਰ ਰਹੇ ਨੇ, ਇਹਨਾਂ ਦੇ ਉੱਪਰ ਕੁਛ ਬੰਦਿਆਂ ਦਾ ਕਬਜ਼ਾ ਹੈ, ਉਹ ਜਿਹੜੇ ਕਬਜ਼ੇ ਵਾਲੇ ਬੰਦੇ ਮਸੰਦ ਨੇ ਉਹਨਾਂ ਨੂੰ ਅਸੀਂ ਸਿੱਧੇ ਕਰਨਾ, ਮਤਲਬ ਇਸ ਰਸਤੇ ਦੇ ਉੱਪਰ ਚੱਲ ਪਏ ਨੇ। ਪਰ ਇਹ ਆਪਾਂ ਨੂੰ ਪਤਾ ਹੈ ਕਿ ਇਹ ਧਰਮ ਦੀ ਜਿਹੜੀ ਸਿਆਸਤ ਹੈ ਇਹਨੇ ਮੁਲਕ ਵੀ ਪਹਿਲਾਂ ਤਬਾਹ ਕੀਤਾ। ਪਹਿਲਾਂ ਤਾਂ 2 ਟੁਕੜੇ ਮੁਲਕ ਦੇ ਇਸ ਬੇਸ 'ਤੇ ਹੋਏ ਸੀ, ਅੱਜ ਦੀ ਡੇਟ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ ਹੈ। ਸੋ ਸਾਡੇ ਸਿਆਸਤਦਾਨਾਂ ਦੇ ਕੋਲ ਮਨੀਪੁਰ ਤੋਂ ਲੈ ਕੇ ਪੰਜਾਬ ਤੱਕ
ਕੋਈ ਪੋਜ਼ਿਟਿਵ ਏਜੰਡਾ ਨਹੀਂ ਹੈ। ਸਿਰਫ ਕਮਿਊਨਿਟੀਜ਼ ਨੂੰ ਇੱਕ ਦੂਜੇ ਦੇ ਖਿਲਾਫ ਖੜੀਆਂ ਕਰਕੇ, ਲੜਾ ਕੇ ਇਹ ਆਪਣੀਆਂ ਕੁਰਸੀਆਂ ਮੇਨਟੇਨ ਕਰਨਾ ਚਾਹੁੰਦੇ ਨੇ। ਪੰਜਾਬ ਦੀ ਆਮ ਆਦਮੀ ਪਾਰਟੀ ਵੀ ਇਸ ਸਿਆਸਤ ਦੇ ਵਿੱਚ ਫਸ ਚੁੱਕੀ ਹੈ, ਪਰ ਇਹ 'ਚੋਂ ਨਿਕਲਣਾ ਇਹਨਾਂ ਦੇ ਵੱਸ ਨਹੀਂ ਹੋਊਗਾ ਮੇਰੇ ਖਿਆਲ। ਜੀ, ਪਰ ਦੂਸਰੇ ਪਾਸੇ ਸਰ ਆਪਾਂ ਗੱਲ ਕਰੀਏ ਇਸ ਮਾਮਲੇ ਦੇ ਉੱਪਰ, ਜਿਵੇਂ ਅੱਜ ਐਸਜੀਪੀਸੀ ਦੇ ਇਜਲਾਸ ਦੇ ਦੌਰਾਨ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਇਹ ਗੱਲ ਰੱਖੀ ਗਈ ਹੈ ਕਿ ਇੱਕ ਹਫ਼ਤੇ ਦੇ ਵਿੱਚ ਕਮੇਟੀ ਨੂੰ ਆਪਣਾ ਜੋ ਚੈਨਲ ਆ ਉਹ ਚਲਾ ਦੇਣਾ ਚਾਹੀਦਾ ਤੇ ਜਿੱਤੋਂ ਗੁਰਬਾਣੀ ਦਾ ਪ੍ਰਵਾਹ ਫ੍ਰੀ ਹੋਵੇ। ਜੇਕਰ ਇਹ ਸ਼ਰਤ ਐਸਜੀਪੀਸੀ, ਜਿਵੇਂ ਅੱਜ ਉੱਥੇ ਕਹਿੰਦੇ ਨਜ਼ਰ ਆਏ ਸੀ ਮੈਂਬਰ ਸਾਹਿਬਾਨ, ਉੱਥੇ ਅਪੀਲ ਕਰਦੇ ਨਜ਼ਰ ਆਏ ਸੀ ਐਸਜੀਪੀ ਨੂੰ, ਜੇਕਰ ਐਸਜੀਪੀਸੀ ਸੱਚਮੁੱਚ ਹਫ਼ਤੇ ਜਾਂ 10 ਦਿਨ ਦੇ ਵਿੱਚ ਆਪਣਾ ਚੈਨਲ ਚਲਾ ਕੇ ਗੁਰਬਾਣੀ ਦਾ ਪ੍ਰਵਾਹ ਸ਼ੁਰੂ ਕਰ ਦਿੰਦੀ ਹੈ, ਕਿ ਸਰਕਾਰ ਆਪਣਾ ਮਤਾ ਵਾਪਸ ਲਏਗੀ? ਕਿਉਂਕਿ ਜੋ ਐਸਜੀਪੀ ਦਾ ਮਤਾ ਆ ਉਹਦੀ ਸ਼ਰਤ ਮੇਨ ਇਹੀ ਹੈ ਵੀ ਸਰਕਾਰ ਜੋ ਐਕਟ ਦੇ ਵਿੱਚ, ਗੁਰਦੁਆਰਾ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ, ਉਹ ਵਾਪਸ ਲਵੇ। ਕੀ ਫਿਰ ਸਰਕਾਰ ਯੂ ਟਰਨ ਲਵੇਗੀ, ਮਤਾ ਵਾਪਸ ਲਏਗੀ ਜੇਕਰ ਐਸਜੀਪੀਸੀ ਆਪਣਾ ਚੈਨਲ ਚਲਾਉਂਦੀ ਹੈ? ਲਖਵਿੰਦਰ ਜੀ, ਇਹਦੀ ਪੋਸੀਬਿਲਿਟੀ ਘੱਟ ਹੈ, ਪਰ ਉਹਨਾਂ ਕੋਲ ਸਮਰੱਥਾ ਹੈਗੀ ਹੈ। ਸਿੱਖ ਪੰਥ ਦੇ ਵਿੱਚ ਬਥੇਰੇ ਐਸੇ ਲੋਕ ਨੇ, ਦਾਨੀ ਵੀ, ਜਿਹੜੇ ਕਰ ਸਕਦੇ ਨੇ, ਚਲਾ ਸਕਦੇ ਨੇ, ਔਰ ਉਹਨੂੰ ਚਲਾ ਦੇਣਾ ਚਾਹੀਦਾ। ਸਗੋਂ ਅੱਜ ਵੀ ਜਿਹੜੀਆਂ ਉੱਥੇ ਆਵਾਜ਼ਾਂ ਉੱਠੀਆਂ ਪੀਟੀਸੀ ਦੇ ਖਿਲਾਫ, ਮੀਟਿੰਗ ਦੇ ਵਿੱਚ ਵੀ ਬੰਦੇ ਬੋਲੇ ਨੇ, ਪਰ ਜਗੀਰ ਕੌਰ ਨੇ ਉੱਥੇ ਲਿਫਾਫਾ ਕਲਚਰ ਦੇ ਖਿਲਾਫ ਵੀ ਗੱਲ ਕੀਤੀ ਹੈ ਕਿ ਲਿਫਾਫਿਆਂ 'ਚੋਂ ਜਿਹੜੇ ਪ੍ਰਧਾਨ ਨਿਕਲਦੇ ਸੀ ਉਹਨੇ ਬੜਾ ਨੁਕਸਾਨ ਕੀਤਾ ਹੈ, ਹਾਲਾਂਕਿ ਆਪ ਵੀ ਉਹ ਲਿਫਾਫੇ 'ਚੋਂ ਹੀ ਨਿਕਲੇ ਸੀਗੇ। ਸੋ ਉਹ ਉੱਥੇ ਇਹ ਹੈ ਕਿ ਉਹਨਾਂ ਦੀ ਇੱਕ ਲੈਵਲ ਦੇ ਉੱਪਰ ਕੰਸੈਂਸਸ, ਸਹਿਮਤੀ ਬਣ ਗਈ ਹੈ, ਉਹਦਾ ਇਕੱਠੇ ਨੇ ਇਸ ਗੱਲ ਦੇ ਉੱਪਰ ਜੀ। ਉਹ ਹਫ਼ਤੇ 'ਚ ਚੈਨਲ ਚਲਾਉਣ ਨਾ ਚਲਾਉਣ, ਗੁਰਬਾਣੀ ਦਾ ਪ੍ਰਸਾਰਨ ਹੋਵੇ ਨਾ ਹੋਵੇ, ਹੁਣ ਇਹ ਮਸਲਾ ਨਹੀਂ ਰਹਿਣਾ। ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਮਸਲਾ ਇਹ ਬਣ ਜਾਣਾ ਹੈ ਕਿ ਸੀਐਮ ਮਾਫੀ ਮੰਗੇ, ਇਹ ਉਹਨੇ ਮਾਫੀ ਨਹੀਂ ਮੰਗਣੀ। ਇਹ ਜਿਹੜੀ ਕੰਟਰਾਡਿਕਸ਼ਨ ਹੈ, ਮਤਲਬ ਐਸਜੀਪੀਸੀ ਵਰਸਸ ਸਰਕਾਰ, ਇਹ ਚੱਲਦੀ ਰਹੂਗੀ। ਬਿਆਨ ਦਿੰਦੇ ਰਹਿਣਗੇ, ਕੋਈ ਬੇਰੁਜ਼ਗਾਰੀ ਦੀ, ਨਸ਼ਿਆਂ ਦੀ, ਰੇਤੇ ਦੀ, ਕਿਸੇ ਦੀ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਦਾ ਜਿਹੜਾ ਖੋਇਆ ਹੋਇਆ ਵਕਾਰ ਸੀ ਉਹਨਾਂ ਨੂੰ ਵਾਪਸ ਦਿੱਤਾ ਜਾ ਰਿਹਾ ਹੈ। ਤੁਸੀਂ ਦੇਖੋ ਨਾ, ਜਿਸ ਵਾਅਦੇ ਦੇ ਨਾਲ ਇਹ ਆਏ ਸੀ, ਜੋ ਦਮਗਜੇ ਮਾਰੇ ਗਏ ਸੀ ਕਿ ਜੀ ਅਸੀਂ ਸੁਖ ਵਿਲਾਸ ਨੂੰ ਹੱਥ ਪਾਵਾਂਗੇ, ਫਲਾਣਾ ਕਰਾਂਗੇ, ਢਿਮਕਾ ਕਰਾਂਗੇ। ਸੁਖ ਵਿਲਾਸ ਦਾ ਨਾਂ ਜਿਸ ਦਿਨ ਲਿਆ ਕੁਲਦੀਪ ਸਿੰਘ ਧਾਲੀਵਾਲ, ਦੂਏ ਦਿਨ ਉਹਦੀ ਕੁਰਸੀ ਖੁੱਸ ਗਈ, ਮਤਲਬ ਖੇਤੀਬਾੜੀ ਦੀ ਤੇ ਪੰਚਾਇਤ ਮੰਤਰੀ ਦੀ। ਹੁਣ ਮਸਲਾ ਉਹ ਨਹੀਂ ਹੈ, ਹੁਣ ਬਾਦਲਾਂ ਦੀ ਪ੍ਰਾਪਰਟੀ, ਹੁਣ ਬਾਈਬਲ ਕਲਾਂ ਵੀ ਮਸਲਾ ਨਹੀਂ ਰਿਹਾ। ਉੱਥੇ ਵੀ ਗਵਾਹ ਨੇ ਜਿਹੜੇ ਉਹਨਾਂ ਨੂੰ ਸਰਕਾਰ ਮੁਕਰਾ ਰਹੀ ਹੈ, ਉਹ ਤੁਸੀਂ ਬਿਆਨ ਪੜ੍ਹ ਲਏ ਹੋਣਗੇ ਕੁੰਵਰ ਵਿਜੇ ਪ੍ਰਤਾਪ ਦੇ। ਹੁਣ ਇਹ ਰਵਾਇਤੀ ਪਾਰਟੀ ਦੇ ਤੌਰ ਤੇ, ਉਹਨਾਂ ਦੇ ਰਾਈਵਲ ਦੇ ਤੌਰ ਤੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੇ ਜਾਂ ਇਹ ਖਦਸ਼ੇ ਖੜੇ ਕਰਨ ਦੇ ਉੱਪਰ ਚੱਲ ਪਏ ਨੇ। ਔਰ ਇਹ ਕੋਈ ਫਰਕ ਨਹੀਂ ਹੈ ਦੂਜੀਆਂ ਪਾਰਟੀਆਂ ਨੂੰ ਰਹਿ ਗਿਆ। ਪਰ ਬਦਕਿਸਮਤੀ ਹੈ ਸਾਡੀ ਸਾਰੇ ਪੰਜਾਬੀਆਂ ਦੀ ਕਿ ਅਸੀਂ ਜਿਹਨੂੰ ਵੀ ਮਤਲਬ ਅਸੀਂ ਕਹਿ ਲਓ ਕਿ ਸੋਨਾ ਸਮਝ ਕੇ ਚੱਕਦੇ ਹਾਂ, ਉਹ ਕੁਝ ਹੋਰ ਹੀ ਨਿਕਲਦਾ ਹੈ। ਕਿਉਂ? ਮਤਲਬ ਇਹ ਸਾਡੇ ਦੁਰਭਾਗ ਹੈ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋਗੇ ਵੀ ਸੀਐਮ ਮਾਨ ਮਾਫੀ ਨਹੀਂ ਮੰਗਣਗੇ, ਤੇ ਜੇਕਰ ਮਾਫੀ ਨਹੀਂ ਮੰਗਣਗੇ, ਜਿਵੇਂ ਦਾੜਾ ਸਾਹਿਬ ਨੂੰ ਲੈ ਕੇ ਗੱਲ ਕੀਤੀ ਗਈ ਸੀ ਵਿਧਾਨ ਸਭਾ 'ਚ, ਉਹਨਾਂ ਵੱਲੋਂ ਬੋਲਿਆ ਗਿਆ ਸੀ, ਜਾਂ ਫਿਰ ਰਾਗੀ ਸਿੰਘਾਂ ਦੇ ਮੁਤਾਬਕ ਉਹਨਾਂ ਦੇ ਮੁਖਾਲਤ ਬੋਲਿਆ ਗਿਆ ਸੀ। ਸੋ ਹੁਣ ਜੇ ਉਹ ਮਾਫੀ ਨਹੀਂ ਮੰਗਣਗੇ ਜਿਵੇਂ ਮਤੇ ਦੇ ਵਿੱਚ ਹੈਗਾ, ਤੇ ਕੀ ਐਸਜੀਪੀਸੀ ਮਤੇ ਅਨੁਸਾਰ ਮੋਰਚਾ ਲਗਾਏਗੀ? ਦੇਖੋ, ਉਹਨਾਂ ਕੋਲ ਕੋਈ ਰਸਤਾ ਨਹੀਂ ਬਚਣਾ, ਕਿਉਂਕਿ ਇਹਨਾਂ ਨੇ ਮੰਗਣੀ ਨਹੀਂ ਮਾਫੀ, ਉਹਨਾਂ ਨੇ ਮੋਰਚਾ ਲਗਾ ਲੈਣਾ। ਔਰ ਮੋਰਚੇ ਦੇ ਮਾਮਲੇ 'ਚ ਅਕਾਲੀ ਦਲ ਸਭ ਤੋਂ ਕੰਫਰਟੇਬਲ ਹੁੰਦਾ। ਪਹਿਲਾਂ ਬੜੀ ਦੇਰ ਤੋਂ ਉਹਨਾਂ ਨੇ ਮੋਰਚੇ ਸਗੋਂ ਨਹੀਂ ਲਾਏ, ਇਸ ਕਰਕੇ ਖਰਾਬ ਹੋ ਗਿਆ ਕੰਮ। ਹੁਣ ਮੋਰਚਾ ਲਾ ਕੇ ਆਪਣਾ ਜਿਹੜਾ ਪਿੰਡਾਂ ਦਾ, ਜਿਹੜਾ ਜਿਸ ਤਰ੍ਹਾਂ ਕਿਸਾਨ ਮੋਰਚਾ ਲੱਗਿਆ ਸੀ, ਜਿਹੜੇ ਬਜ਼ੁਰਗ, ਜਿਹੜੀ ਸੰਗਤ ਹੈ, ਉਹਨਾਂ ਨੂੰ ਇਕੱਠੇ ਕਰ ਲੈਣਗੇ, ਉਹਨਾਂ ਨਾਲ ਜੁੜ ਵੀ ਜਾਣਗੇ। ਇੱਕ ਦੂਜੇ ਦੀ ਮਦਦ ਹੀ ਕਰਨ ਵਾਲੀ ਗੱਲ ਹੈ ਨਾ, ਕਿ ਤੁਸੀਂ ਆਪਣੀ ਕੰਸਟੀਟਿਊਂਸੀ, ਅਸੀਂ ਤੁਹਾਨੂੰ ਮੌਕਾ ਦੇ ਰਹੇ ਹਾਂ, ਤਕੜੀ ਕਰੋ। ਉਹ ਉਹਨਾਂ ਨੂੰ ਕਹਿ ਦੇਣਗੇ ਤੁਸੀਂ ਆਪਣੀ ਤਕੜੀ ਕਰੋ। ਅੰਦਰੋਂ ਅੰਦਰੀ ਫਿਰ ਜਿਹੜਾ ਉਹ ਕੈਪਟਨ ਸਾਹਿਬ ਦਾ ਤੇ ਮਤਲਬ ਬਾਦਲ ਸਾਹਿਬ ਦਾ ਜਿਵੇਂ ਚੱਲਦਾ ਸੀ, ਉਹ ਸੌਦੇਬਾਜ਼ੀ ਹੋ ਜਾਊਗੀ। ਜੀ ਬਿਲਕੁਲ। ਸੋ ਆਪਾਂ ਕਹਿ ਸਕਦੇ ਹਾਂ ਵੀ ਦਿਨ ਪਰ ਦਿਨ ਹਾਲਾਤ ਇਸ ਮਾਮਲੇ 'ਚ, ਕਿਉਂਕਿ ਜਿਸ ਤਰੀਕੇ ਨਾਲ ਇੱਕ ਪਾਸੇ ਸਰਕਾਰ ਦਾ ਰੁਖ ਸਖਤ, ਬਿਲਕੁਲ ਅੱਜ ਮਤਾ ਪਾਸ ਹੋਣ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੀ ਹੋਈ ਆ, ਉਹ ਆਪਣੇ ਇਰਾਦੇ ਦੇ ਉੱਪਰ ਖੜੇ ਹੋਏ ਨਜ਼ਰ ਦੇ ਰਹੇ ਨੇ, ਉਹ ਆਪਣੇ ਵਚਨਾਂ ਦੇ ਉੱਪਰ ਖੜੇ ਹੋਏ ਨਜ਼ਰ ਦੇ ਰਹੇ ਨੇ, ਕਿਉਂਕਿ ਉਹ ਸਿੱਧਾ ਕਹਿ ਰਹੇ ਨੇ ਵੀ ਇੱਕ ਨਿੱਜੀ ਪਰਿਵਾਰ ਦਾ ਚੈਨਲ ਹੀ ਕਿਉਂ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਕਰੇ। ਉਹ ਸਿਰਫ ਇਹ ਕਹਿ ਰਹੇ ਨੇ ਵੀ ਅਸੀਂ ਉਹ ਕਬਜ਼ਾ ਹਟਾਉਣਾ ਚਾਹੁੰਦੇ ਹਾਂਗੇ, ਅਸੀਂ ਸਿੱਖਾਂ ਦੇ ਕਿਸੇ ਮਾਮਲੇ ਦੇ ਵਿੱਚ ਜਾਂ ਸਿੱਖ ਸੰਸਥਾਵਾਂ ਦੇ ਕਿਸੇ ਵੀ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਰਹੇ। ਤੇ ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਐਸਜੀਪੀਸੀ ਕਹਿ ਰਹੀ ਹੈ ਕਿ ਸਿੱਖਾਂ ਦੇ ਉੱਪਰ ਸਿੱਧਾ ਹਮਲਾ ਹੈ, ਸਿੱਖ ਸੰਸਥਾਵਾਂ ਦੀਆਂ ਸ਼ਕਤੀਆਂ ਦੇ ਉੱਪਰ ਉਹਨਾਂ ਦੇ ਯੂਰਿਸਡਿਕਸ਼ਨ ਦੇ ਵਿੱਚ ਸਿੱਧਾ ਹਮਲਾ ਜੋ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਸੋ ਹਾਲਾਤ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਜ਼ਿਆਦਾ ਹੀ
ਸੈਂਸਿਟਿਵ ਹੋਣ ਵਾਲੇ ਨੇ ਪੰਜਾਬ ਦੇ ਵਿੱਚ ਇਸ ਮੁੱਦੇ ਉੱਪਰ ਲੈ ਜੀ। ਕੇ। ਦੂਸਰੇ ਪਾਸੇ ਡਾਕਟਰ ਸਾਹਿਬ ਪਿਛਲੇ ਦਿਨ ਬਿੱਲ ਪਾਸ ਕੀਤੇ ਗਏ ਨੇ, ਜਦੋਂ ਮਤੇ ਪਾਸ ਕੀਤੇ ਗਏ ਨੇ, ਇੱਕ ਚਾਂਸਲਰ ਨੂੰ ਲੈ ਕੇ ਵੀ ਮਤਾ ਪਾਸ ਕੀਤਾ ਗਿਆ ਸੀ, ਜਿੱਥੇ ਕਿ ਰਾਜਪਾਲ ਸਾਹਿਬ ਦੀਆਂ ਜੋ ਸ਼ਕਤੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਚਾਂਸਲਰ ਨਹੀਂ, ਹੁਣ ਸੀਐਮ ਚਾਂਸਲਰ ਹੋਇਆ, ਮਾਫ ਕਰਨਾ, ਰਾਜਪਾਲ ਨਹੀਂ ਸੀਐਮ ਹੋਇਆ ਕਰਨਗੇ ਚਾਂਸਲਰ ਯੂਨੀਵਰਸਿਟੀਆਂ ਦੇ। ਸੋ ਉਸ ਮਾਮਲੇ ਦੇ ਉੱਪਰ ਜਿੱਥੇ ਕਿ ਐਸਜੀਪੀਸੀ ਆਪਣੇ ਮੁੱਦੇ ਨੂੰ ਲੈ ਕੇ ਉਹਨਾਂ ਕੋਲੇ ਪਹੁੰਚੀ ਸੀ, ਲੇਕਿਨ ਜੋ ਰਾਜਪਾਲ ਦਫ਼ਤਰ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਵੀ ਇਸ ਮਾਮਲੇ 'ਚ ਕੁਝ ਅਸਹਿਜ ਮਹਿਸੂਸ ਕਰ ਰਹੇ ਸੀ, ਕਿਉਂਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਚਾਂਸਲਰ ਦੇ ਮਾਮਲੇ ਦੇ ਉੱਪਰ ਸਰਕਾਰ ਦੀ ਸਪੋਰਟ ਕੀਤੀ ਗਈ ਸੀ, ਤੇ ਦੂਸਰੇ ਪਾਸੇ ਹੁਣ ਆਪਣੇ ਖਿਲਾਫ ਜੋ ਮਤਾ ਆ, ਐਸਜੀਪੀਸੀ ਦੇ ਖਿਲਾਫ ਮਤਾ ਆ, ਉੱਥੇ ਰਾਜਪਾਲ ਤੋਂ ਮਦਦ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਕਿਉਂਕਿ ਜਿੱਥੇ ਰਾਜਪਾਲ ਸਾਹਿਬ ਦੀ ਸ਼ਕਤੀਆਂ ਦੀ ਗੱਲ ਸੀ, ਉੱਥੇ ਅਕਾਲੀ ਦਲ ਨੇ ਸਪੋਰਟ ਕੀਤੀ ਆਮ ਆਦਮੀ ਪਾਰਟੀ ਨੂੰ, ਤੇ ਹੁਣ ਜਦੋਂ ਉਹਨਾਂ ਖਿਲਾਫ ਮਤਾ ਆਉਂਦਾ ਹੈ ਤਾਂ ਮਾਫ ਕਰਨਾ ਐਸਜੀਪੀਸੀ ਜਾਂ ਅਕਾਲੀ ਦਲ ਸਪੋਰਟ ਮੰਗਣੀ ਚਾਹੁੰਦਾ ਰਾਜਪਾਲ ਤੋਂ। ਕੀ ਲੱਗਦਾ ਹੈ ਰਾਜਪਾਲ ਇਸ ਮਾਮਲੇ ਦੇ ਉੱਪਰ ਹੁਣ ਮਦਦ ਕਰਦੇ ਨਜ਼ਰ ਆਉਣਗੇ, ਜਾਂ ਫਿਰ ਜਿਸ ਤਰੀਕੇ ਨੂੰ ਕਹਿ ਰਹੇ ਵੀ ਸੰਵਿਧਾਨ ਦੇ ਅਨੁਸਾਰ ਹੀ ਗੱਲ ਕਰਾਂਗਾ, ਵੀ ਸਿਰਫ ਸਿਨੈਰੀਓ ਇਸ ਤਰ੍ਹਾਂ ਹੀ ਬਣਦਾ ਨਜ਼ਰ ਆ ਰਿਹਾ ਹੈਗਾ? ਰਾਜਪਾਲ ਦੀ ਭੂਮਿਕਾ ਨੂੰ ਇਸ ਮਾਮਲੇ ਦੇ ਵਿੱਚ ਜੋ ਗੁਰਦੁਆਰਾ ਗੁਰਦੁਆਰਾ ਐਕਟ ਹੈ ਉਸ ਦੇ ਵਿੱਚ ਸੋਧ ਦੇ ਸੰਬੰਧ ਦੇ ਵਿੱਚ ਰਾਜਪਾਲ ਦੀ ਭੂਮਿਕਾ ਹੁਣ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ? ਲਖਵਿੰਦਰ ਜੀ, ਉਹਨਾਂ ਨੇ ਪਹਿਲਾਂ ਵੀ ਇਹੀ ਕਿਹਾ ਸੀ ਕਿ ਮੈਂ ਵਿਧਾਨ ਦੇ ਹਿਸਾਬ ਨਾਲ, ਕਨਸਟੀਟਿਊਸ਼ਨ ਦੇ ਹਿਸਾਬ ਨਾਲ ਹੀ ਕੋਈ ਫੈਸਲਾ ਲਵਾਂਗਾ ਇਹਦੇ ਉੱਪਰ ਰਾਏ ਲੈ ਕੇ। ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਹੈ। ਉਹ ਤਾਂ ਸੈਸ਼ਨ ਬਾਰੇ ਹੀ ਅਜੇ ਰਾਏ ਲੈ ਰਹੇ ਸੀ ਵੀ ਸੈਸ਼ਨ ਵੀ ਲੀਗਲ ਸੀਗਾ ਕਿ ਨਹੀਂ ਸੀਗਾ। ਬਜਟ ਸੈਸ਼ਨ ਨੂੰ ਅੱਗੇ ਐਕਸਟੈਂਡ ਕੀਤਾ ਗਿਆ ਸੀ ਤੇ ਨਵੇਂ ਏਜੰਡੇ ਵਿੱਚ ਲਏ ਜਾ ਸਕਦੇ ਸੀ ਜਾਂ ਨਹੀਂ, ਉਹਨਾਂ ਨੇ ਇਸ਼ਾਰਾ ਕਰਤਾ ਸੀ ਉਸ ਦਿਨ। ਪਰ ਇਹ ਜ਼ਰੂਰ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਚਾਂਸਲਰ ਦੀਆਂ ਪਾਵਰਾਂ ਕਟੇਲ ਕੀਤੀਆਂ ਗਈਆਂ ਨੇ ਕਿ ਚਾਂਸਲਰ ਹੁਣ ਸੀਐਮ ਹੋਇਆ ਕਰੂਗਾ, ਗਵਰਨਰ ਨਹੀਂ ਹੋਇਆ ਕਰੂਗਾ। ਇਹਦੇ ਉੱਪਰ ਇਹ ਹੈਰਾਨੀਜਨਕ ਗੱਲ ਹੈ ਕਿ ਅਕਾਲੀ ਦਲ ਦੇ ਜਿਹੜੇ ਹਾਜ਼ਰ ਮੈਂਬਰ ਸੀ ਉਹਨਾਂ ਵੱਲੋਂ ਤੇ ਬੀਐਸਪੀ ਵੱਲੋਂ ਇਹਦੇ ਹੱਕ 'ਚ ਵੋਟ ਪਾਉਣਾ ਜਿਹੜਾ, ਇਹ ਪਤਾ ਨਹੀਂ, ਸਮਝ ਨਹੀਂ ਲੱਗੀ ਵੀ ਇਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ। ਹਾਲਾਂਕਿ ਅਜੇ ਇਹਦੇ 'ਚ ਬਹੁਤ ਸਾਰੇ ਅੜਿੱਕੇ ਪੈਣਗੇ। ਜੇ ਯੂਜੀਸੀ ਦੀਆਂ ਜਿਹੜੀਆਂ ਗਾਈਡਲਾਈਨਸ ਨੇ, ਜਿਹੜਾ ਪਹਿਲੇ ਐਕਟ ਨੇ ਸਾਰੀਆਂ ਯੂਨੀਵਰਸਿਟੀਆਂ ਦੇ, ਉਹ ਸੋਧਣੇ ਪੈਣਗੇ। ਇਹ ਇੰਨੀ ਜਲਦੀ ਹੋਣ ਵਾਲਾ ਕੰਮ ਨਹੀਂ ਹੈ। ਪਰ ਇਹ ਹੈ ਕਿ ਗਵਰਨਰ ਨੂੰ ਇਹ ਜ਼ਰੂਰ ਗੱਲ ਲੱਗੀ ਹੈ ਕਿ ਇਹ ਮੈਨੂੰ ਯੂਜ਼ ਤਾਂ ਕਰਨਾ ਚਾਹੁੰਦੇ ਨੇ ਆਪਣੇ ਕੰਮ ਦੇ ਲਈ, ਪਰ ਮੇਰੀ ਜਿੱਥੇ ਮਸਲਾ ਆਇਆ ਤਾਂ ਉਹਦੇ 'ਚ ਇਹਨਾਂ ਨੇ ਮਦਦ ਨਹੀਂ ਕੀਤੀ। ਔਰ ਮੇਰਾ ਖਿਆਲ ਹੈ ਕਿ ਇਹ ਕੋਈ ਇਹਦੇ 'ਚ ਕੋਈ ਫਰਕ ਨਹੀਂ ਪੈਣਾ। ਉਸੇ ਜਿਹੜਾ ਗੁਰਬਾਣੀ ਦਾ ਮਸਲਾ ਹੈ ਜਾਂ ਜਿਹੜਾ ਮੇਨ ਧਾਰਮਿਕ ਮਸਲਾ ਹੈ, ਉਹਦੇ ਉੱਪਰ ਗਵਰਨਰ ਨੇ ਕੁਝ ਨਹੀਂ ਕਿਹਾ। ਉਹਨੇ ਤਾਂ ਸਿਰਫ ਇਹ ਗੱਲ ਕਹੀ ਹੈ ਕਿ ਮੈਂ ਚੈੱਕ ਕਰੂੰਗਾ ਕਿ ਚਾਰੇ ਮਤੇ ਜਿਹੜੇ ਨੇ ਵਿਧਾਨ ਦੇ, ਕਨਸਟੀਟਿਊਸ਼ਨ ਦੇ ਦਾਇਰੇ 'ਚ ਹੈਗੇ ਜਾਂ ਨਹੀਂ ਹੈਗੇ। ਉਹ ਤੋਂ ਵੀ ਪਹਿਲਾਂ ਕਿ ਕੀ ਜਿਹੜਾ ਸੈਸ਼ਨ ਹੈ ਜਿਸ ਤਰੀਕੇ ਦੇ ਨਾਲ ਬੁਲਾਇਆ ਗਿਆ, ਕਿਉਂਕਿ ਉਹਨੇ ਇਜਾਜ਼ਤ ਨਹੀਂ ਸੀ ਦਿੱਤੀ, ਏਜੰਡਾ ਕੋਈ ਉਹਨੂੰ ਪੇਸ਼ ਨਹੀਂ ਸੀ ਕੀਤਾ ਗਿਆ। ਸੋ ਉਹ ਤਾਂ ਇੱਕ ਮਤਲਬ ਇਸੇ ਤੇ ਸਵਾਲ ਖੜੇ ਕਰ ਰਿਹਾ ਸੀ ਕਿ ਕੀ ਐਕਸਟੈਂਡਡ ਜਿਹੜਾ ਬਜਟ ਸੈਸ਼ਨ ਹੈ, ਕੀ ਉਹ 'ਚ ਹੋਰ ਮਤੇ ਲਿਆਂਦੇ ਜਾ ਸਕਦੇ ਸੀ ਜਾਂ ਨਹੀਂ। ਸੋ ਮੇਰਾ ਖਿਆਲ ਹੈ ਉਹ ਤਾਂ ਇਸੇ ਨੂੰ ਹੀ ਚੈਲੰਜ ਕਰੂਗਾ। ਸੋ ਇਸ ਕਰਕੇ ਇੱਦਾਂ ਦੀ ਕੋਈ ਗੱਲ ਨਹੀਂ ਬਣਦੀ। ਪਰ ਇਹ ਨਿਰਾਸ਼ਾ ਸੁਣਿਆ ਵੀ ਜ਼ਰੂਰ ਉਹਨੇ ਪ੍ਰਗਟ ਕਰੀ ਹੈ ਕਿ ਚਾਂਸਲਰ ਦੀਆਂ ਪਾਵਰਾਂ ਕਟੇਲ ਕਰਨ ਵਾਲੇ ਮਤੇ ਦੇ ਉੱਪਰ ਓਪੋਜੀਸ਼ਨ ਦੇ ਦੋ ਜਿਹੜੇ ਹਾਜ਼ਰ ਸੀ, ਦੋ ਓਪੋਜੀਸ਼ਨ ਦੇ ਐਮਐਲਏ ਅਕਾਲੀ ਦਲ ਦੇ ਤੇ ਇੱਕ ਬੀਐਸਪੀ ਦਾ, ਉਹਨਾਂ ਨੇ ਪਤਾ ਨਹੀਂ ਕਿਉਂ ਹੱਕ ਦੇ ਵਿੱਚ ਵੋਟ ਪਾਈ ਹੈ। ਵੈਸੇ ਵੀ ਆਪਣੇ ਆਪ 'ਚ ਹੈ ਹਾਸੋਹੀਣੀ ਗੱਲ ਕਿ ਵੈਸੇ ਉਹ ਵਿਰੋਧ ਕਰ ਰਹੇ ਸੀ ਹਰ ਗੱਲ ਦਾ ਜੀ। ਤਾਂ ਬਿਲਕੁਲ ਜੀ, ਬਿਲਕੁਲ। ਪਰ ਹੁਣ ਇਹ ਕਹਿ ਸਾਂ ਵੀ ਰਾਜਪਾਲ ਵੀ ਬੜਾ ਸੋਚ ਸਮਝ, ਵੈਸੇ ਤਾਂ ਪਹਿਲਾਂ ਵੀ ਇਸ ਉੱਪਰ ਬਿਆਨ ਦੇ ਚੁੱਕੇ ਸੀਗੇ ਵੀ ਮੈਂ ਸੰਵਿਧਾਨ ਦੇ ਅਨੁਸਾਰ ਹੀ ਗੱਲ ਕਰਾਂਗਾ ਇਸ ਉੱਪਰ ਜਾਂ ਬਾਚਾਂਗਾ ਇਸ ਨੂੰ, ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਦਫ਼ਤਰ ਤੋਂ ਖਬਰਾਂ ਨਿਕਲ ਕੇ ਬਾਹਰ ਆਈਆਂ ਨੇ, ਚਰਚਾਵਾਂ ਦਫ਼ਤਰ ਦੇ ਵਿੱਚ, ਰਾਜਪਾਲ ਦਫ਼ਤਰ ਦੇ ਵਿੱਚ ਚੱਲੀਆਂ ਨੇ, ਸਾ ਕਿਤੇ ਨਾ ਕਿਤੇ ਐਸਜੀਪੀਸੀ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਪਿਛਲੇ ਦਿਨੀ ਐਸਜੀਪੀਸੀ ਦਾ ਵਫਦ ਵੀ ਰਾਜਪਾਲ ਸਾਹਿਬ ਨੂੰ ਮਿਲਿਆ ਸੀ ਇਸ ਮਤੇ ਨੂੰ ਲੈ ਕੇ, ਜੋ ਗੁਰਬਾਣੀ ਪ੍ਰਸਾਰਨ ਦਾ ਮਤਾ ਲੈ ਕੇ ਵੀ ਇਹਦੇ ਉੱਪਰ ਰੋਕ ਲਗਾਈ ਜਾਵੇ, ਇਹਨੂੰ ਪਾਸ ਨਾ ਕੀਤਾ ਜਾਵੇ। ਸੋ ਇਸ ਮਾਮਲੇ ਦੇ ਉੱਪਰ ਹੁਣ ਰਾਜਪਾਲ ਕਿਸ ਤਰ੍ਹਾਂ ਰੁਕ ਰਹਿਣ ਵਾਲਾ ਗਾ, ਇਹ ਵੀ ਹੁਣ ਬਿਲਕੁਲ ਦੇਖਣ ਵਾਲੀ ਗੱਲ ਹੋਵੇਗੀ, ਕਿਉਂਕਿ ਰਾਜਪਾਲ ਦੇ ਖਿਲਾਫ ਅਕਾਲੀ ਦਲ ਭੁਗਤਦਾ ਹੋਇਆ ਨਜ਼ਰ ਆ ਰਿਹਾ ਜਦੋਂ ਉਹਨਾਂ ਦੀਆਂ ਸੀਮਾਵਾਂ ਦੀ ਗੱਲ ਚੱਲੀ ਸੀ, ਉਹਨਾਂ ਦੀ ਸ਼ਕਤੀਆਂ ਦੀ ਗੱਲ ਚੱਲੀ ਸੀ। ਸੋ ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਲਖਵਿੰਦਰ ਜੀ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਇਹ ਸਨ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਐਨ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਿਆ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।